परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। निंदिया चुगली ਅਤੇ ਬਖੀਲੀ ਕਰਨਾ ਹਰ ਇੱਕ ਮਨੁੱਖ ਦਾ ਸੁਭਾਅ ਹੈ। ਨਿੰਦਿਆ ਚੁਗਲੀ ਅਤੇ ਬਖੀਲੀ ਕਰਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਵਿੱਚ ਸਥਾਪਿਤ ਹੁੰਦੀ ਹੈ। ਨਿੰਦਿਆ ਚੁਗਲੀ ਅਤੇ ਬਖੀਲੀ ਕਰਨ ਦਾ ਰਸ ਮਨੁੱਖ ਨੂੰ ਮਿੱਠਾ ਲੱਗਦਾ ਹੈ। ਦੂਜਿਆਂ ਦੀ ਬੁਰਾਈ ਸੁਣਨ ਅਤੇ ਕਰਨ ਵਿੱਚ ਮਨੁੱਖ ਨੂੰ ਆਨੰਦ ਦਾ ਅਨੁਭਵ ਹੁੰਦਾ ਹੈ। ਨਿੰਦਿਆ ਚੁਗਲੀ ਅਤੇ ਬਖੀਲੀ ਕਰਨਾ ਵੀ ਇੱਕ ਮਿੱਠਾ ਜ਼ਹਿਰ ਪੀਣ ਦੇ ਸਮਾਨ ਹੈ। ਜਿੱਥੇ ਕਿ ਇਹ ਪਰਮ ਸੱਤ ਹੈ ਕਿ ਦੂਜਿਆਂ ਦੀ ਨਿੰਦਿਆ ਚੁਗਲੀ ਅਤੇ ਬਖੀਲੀ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣਦੀ ਹੈ, ਕਿਉਂਕਿ ਇਹ ਦਰਗਾਹੀ ਵਿਧਾਨ ਹੈ ਕਿ ਨਿੰਦਿਆ ਚੁਗਲੀ ਅਤੇ ਬਖੀਲੀ ਕਰਨ ਵਾਲਾ ਮਨੁੱਖ ਆਪਣੀ ਰਸਨਾ ਨਾਲ ਜਿਸ ਮਨੁੱਖ ਦੀ ਨਿੰਦਿਆ ਕਰਦਾ ਹੈ, ਉਸ ਮਨੁੱਖ ਦੀ ਮੈਲ ਆਪਣੀ ਰਸਨਾ ਨਾਲ ਚੱਟ ਕੇ ਸਾਫ਼ ਕਰਦਾ ਹੈ। ਨਿੰਦਿਆ ਚੁਗਲੀ ਅਤੇ ਬਖੀਲੀ ਕਰਨ ਵਾਲਾ ਮਨੁੱਖ ਆਪਣੀ ਰਸਨਾ ਦੇ ਨਾਲ ਜ਼ਹਿਰ ਦਾ ਹੀ ਸੇਵਨ ਕਰਦਾ ਹੈ। ਨਿੰਦਿਆ ਕਰਨ ਵਾਲਾ ਮਨੁੱਖ ਆਪਣੀ ਸਤੋ ਬਿਰਤੀ ਗਵਾ ਬੈਠਦਾ ਹੈ। ਨਿੰਦਿਆ ਕਰਨ ਵਾਲਾ ਮਨੁੱਖ ਆਪਣੀ ਪਿਛਲੀ ਕੀਤੀ ਬੰਦਗੀ ਦੀ ਕਮਾਈ ਗਵਾ ਬੈਠਦਾ ਹੈ। ਨਿੰਦਿਆ ਕਰਨ ਵਾਲੇ ਮਨੁੱਖ ਦੀ ਪਿਛਲੀ ਕੀਤੀ ਬੰਦਗੀ ਦੀ ਕਮਾਈ ਉਸ ਮਨੁੱਖ ਦੇ ਖਾਤੇ ਵਿੱਚ ਚਲੀ ਜਾਂਦੀ ਹੈ ਜਿਸ ਮਨੁੱਖ ਦੀ ਉਹ ਨਿੰਦਿਆ ਕਰਦਾ ਹੈ। ਨਿੰਦਿਆ ਕਰਨ ਵਾਲੇ ਮਨੁੱਖ ਨੂੰ ਇਸ ਪਰਮ ਸੱਤ ਦਾ ਗਿਆਨ ਨਾ ਹੋਣ ਕਾਰਨ ਉਹ ਨਿੰਦਿਆ ਕਰਨ ਵਿੱਚ ਆਨੰਦ ਦਾ ਅਨੁਭਵ ਕਰਦਾ ਹੈ। ਆਪਣਾ ਪਿਛਲਾ ਇਕੱਤਰ ਕੀਤਾ ਹੋਇਆ ਅੰਮ੍ਰਿਤ ਗਵਾ ਕੇ ਜ਼ਹਿਰ ਇਕੱਤਰ ਕਰਦਾ ਹੈ। ਨਿੰਦਿਆ ਚੁਗਲੀ ਅਤੇ ਬਖੀਲੀ ਮਨੁੱਖ ਦਾ ਵਿਨਾਸ਼ ਕਰ ਦਿੰਦੀ ਹੈ। ਇਸ ਲਈ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ ਹੈ। ਇਸ ਲਈ ਨਿੰਦਿਆ ਦਾ ਰਸ ਲੈਣ ਵਾਲਾ ਮਨੁੱਖ ਆਪ ਹੀ ਆਪਣਾ ਵਿਨਾਸ਼ ਕਰਦਾ ਹੈ। ਨਿੰਦਿਆ ਕਰਨ ਵਾਲਾ ਮਨੁੱਖ ਨਰਕਾਂ ਦਾ ਭਾਗੀ ਬਣਦਾ ਹੈ। ਨਿੰਦਿਆ ਬਾਰੇ ਕਹੇ ਗਏ ਇਹਨਾਂ ਪਰਮ ਸੱਤ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ ਕਰਵਾਇਆ ਗਿਆ ਹੈ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ। ਕਾਮ ਕ੍ਰੋਧ ਤਨ ਵਸੇ ਚੰਡਾਲ, ਤਾਣਕ ਰੂਪ ਰਹਾ ਕਰਤਾਰ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਨਿੰਦਕ ਨਿੰਦਾ ਕਰ ਮਲ ਧੋਵੈ। ਉਹ ਮਲ ਪਖ ਮਾਇਆ ਧਾਰੀ, ਸੰਤ ਜਨਾ ਕੀ ਨਿੰਦਾ ਵਿਆਪੇ। ਨਾ ਉਰਵਾਰ ਨਾ ਪਾਰੀ। ਧੰਨ ਧੰਨ ਸੰਤ ਕਬੀਰ ਪਾਤਸ਼ਾਹ ਜੀ ਨੇ ਇਸ ਪਰਮ ਸੱਤ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ ਕਿ ਨਿੰਦਕ ਡੁੱਬਦਾ ਹੈ ਅਤੇ ਜਿਸ ਮਨੁੱਖ ਦੀ ਨਿੰਦਕ ਨਿੰਦਿਆ ਕਰਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੰਤ ਕਬੀਰ ਜੀ ਨੇ ਲੋਕਾਈ ਤੋਂ ਨਿੰਦਿਆ ਕਰਵਾਉਣ ਵਿੱਚ ਆਪਣਾ ਭਲਾ ਹੁੰਦਾ ਵੇਖਿਆ ਹੈ। ਉਹਨਾਂ ਨੇ ਆਪਣੇ ਨਿੰਦਕ ਨਾਲ ਪ੍ਰੀਤ ਕੀਤੀ ਹੈ ਅਤੇ ਨਿੰਦਕ ਨੂੰ ਆਪਣਾ ਮਿੱਤਰ ਕਿਹਾ ਹੈ। ਸੰਤ ਕਬੀਰ ਜੀ ਨੇ ਆਪਣੀ ਹੀ ਨਿੰਦਿਆ ਨੂੰ ਇਤਨੀ ਪ੍ਰੀਤ ਕੀਤੀ ਹੈ ਕਿ ਨਿੰਦਿਆ ਨੂੰ ਆਪਣਾ ਮਾਤਾ ਪਿਤਾ ਕਿਹਾ ਹੈ, ਕਿਉਂਕਿ ਨਿੰਦਕ ਜਿਸ ਮਨੁੱਖ ਦੀ ਨਿੰਦਿਆ ਕਰਦਾ ਹੈ ਉਹ ਉਸ ਮਨੁੱਖ ਦੇ ਅੰਦਰ ਦੀ ਮੈਲ ਧੋਂਦਾ ਹੈ। ਜਿਸ ਦੇ ਨਾਲ ਮਨੁੱਖ ਜਿਸ ਦੀ ਨਿੰਦਿਆ ਹੁੰਦੀ ਹੈ ਉਸ ਦੇ ਮਨ ਦੀ ਮੈਲ ਧੁਲਦੀ ਹੈ ਅਤੇ ਹਿਰਦਾ ਸ਼ੁੱਧ ਹੁੰਦਾ ਹੈ। ਐਸਾ ਹੋਣ ਨਾਲ ਮਨੁੱਖ ਦੇ ਮਨ ਹਿਰਦੇ ਵਿੱਚ ਨਾਮ ਬੰਦਗੀ ਹੋਰ ਗਹਿਰੀ ਉਤਰ ਜਾਂਦੀ ਹੈ। ਮਨੁੱਖ ਦੀ ਬੰਦਗੀ ਸੌਖੀ ਹੋ ਜਾਂਦੀ ਹੈ। ਜਿਸ ਮਨੁੱਖ ਦੀ ਨਿੰਦਿਆ ਹੁੰਦੀ ਹੈ ਉਸ ਨੂੰ ਦਰਗਾਹ ਦੀ ਪ੍ਰਾਪਤੀ ਹੁੰਦੀ ਹੈ। ਨਿੰਦਿਆ ਹੋਣ ਦੇ ਨਾਲ ਨਾਮ ਪਦਾਰਥ ਮਨ ਵਿੱਚ ਵਸ ਜਾਂਦਾ ਹੈ। ਨਿੰਦਿਆ ਹੋਣ ਨਾਲ ਮਨੁੱਖ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਨਿੰਦਿਆ ਹੋਣ ਨਾਲ ਮਨੁੱਖ ਦਾ ਉਧਾਰ ਹੁੰਦਾ ਹੈ। ਕਿਸੇ ਵੀ ਭਗਤ ਦੀ ਬੰਦਗੀ ਨਿੰਦਿਆ ਹੋਣ ਤੋਂ ਬਗੈਰ ਪੂਰੀ ਨਹੀਂ ਹੁੰਦੀ ਹੈ। ਭਗਤ ਦੀ ਬੰਦਗੀ ਦਾ ਸਾਰ ਹੀ ਨਿੰਦਿਆ ਹੈ। ਹਰ ਇੱਕ ਭਗਤ ਦੀ ਨਿੰਦਿਆ ਹੋਣਾ ਲਾਜ਼ਮੀ ਹੈ। ਇਸ ਲਈ ਬੰਦਗੀ ਦੇ ਮਾਰਗ ਉੱਪਰ ਚੱਲ ਰਹੇ ਭਗਤ ਜਨਾਂ ਨੂੰ ਸੰਤ ਕਬੀਰ ਜੀ ਦੇ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਇਸ ਪੂਰਨ ਬ੍ਰਹਮ ਗਿਆਨ ਦੇ ਸੱਤ ਤੱਤਾਂ ਨੂੰ ਅਪਣਾਉਣਾ ਬੇਅੰਤ ਲਾਜ਼ਮੀ ਹੈ। ਇਹ ਆਮ ਤੌਰ ਤੇ ਪਿੱਠ ਪਿੱਛੇ ਕੀਤੀ ਜਾਂਦੀ ਹੈ। ਨਿੰਦਾ ਸ਼ਬਦ ਦੀ ਗੁਰਬਾਣੀ ਵਿੱਚ ਇੱਕ ਤਾਂ ਵਿਸਤਾਰ ਨਾਲ ਵਿਆਖਿਆ ਕੀਤੀ ਗਈ ਹੈ ਅਤੇ ਦੂਜੀ
ਅਧਿਆਤਮਿਕਤਾ ਵਿੱਚ ਲੀਨ ਸਾਧਕਾਂ ਦੀ ਨਿੰਦਿਆ ਕਰਨ ਵਾਲਿਆਂ ਦੇ ਸਰੂਪ ਅਤੇ ਪ੍ਰਕਾਰਜ ਉੱਤੇ ਚਾਨਣਾ ਪਾਇਆ ਗਿਆ ਹੈ। ਅਸਲ ਵਿੱਚ ਸੰਤ ਸਾਧਕ ਦੀ ਨਿੰਦਾ ਬਹੁਤ ਮਾੜਾ ਕੰਮ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ 13ਵੀਂ ਅਸ਼ਟਪਦੀ ਇਸੇ ਮੁੱਦੇ ਨਾਲ ਸੰਬੰਧਿਤ ਕੀਤੀ ਹੈ ਅਤੇ ਨਿੰਦਕ ਦੇ ਸਰੂਪ, ਆਚਾਰ ਅਤੇ ਭਵਿੱਖ ਬਾਰੇ ਵਿਸਤਾਰ ਨਾਲ ਦੱਸਿਆ ਹੈ। ਗੁਰੂ ਸਾਹਿਬ ਜੀ ਦੀ ਧਾਰਨਾ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇੱਕ ਹੋਰ ਥਾਂ ਤੇ ਵੀ ਲਿਖਿਆ ਹੈ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਗੁਰਮਤਿ ਵਿੱਚ ਨਿੰਦਿਆ ਤੋਂ ਬਚਣ ਲਈ ਬਾਰ-ਬਾਰ ਕਿਹਾ ਗਿਆ ਹੈ, ਕਿਉਂਕਿ ਇਹ ਵੱਡਾ ਕੁਕਰਮ ਹੈ। ਆਮ ਤੌਰ ਤੇ ਮਨਮੁਖ ਹੀ ਅਜਿਹੇ ਕਾਰਜ ਵਿੱਚ ਪ੍ਰਵਿਰਤ ਹੁੰਦੇ ਹਨ। ਉਹਨਾਂ ਦਾ ਇਸ ਸੰਸਾਰ ਵਿੱਚ ਅਨਾਦਰ ਹੀ ਅਨਾਦਰ ਹੈ। ਉਹਨਾਂ ਦਾ ਪ੍ਰਲੋਕ ਵੀ ਦੁਖਮਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਸੂਹੀ ਰਾਗ ਵਿੱਚ ਸਪਸ਼ਟ ਕਿਹਾ ਹੈ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਗੁਰਬਾਣੀ ਵਿੱਚ ਕਈ ਜਗ੍ਹਾ ਤੇ ਨਿੰਦਿਆ ਬਾਰੇ ਕਈ ਪੰਕਤੀਆਂ ਦਰਜ ਕੀਤੀਆਂ ਗਈਆਂ ਹਨ, ਜਿਵੇਂ ਕਿ ਪਰ ਨਿੰਦਾ ਕਰੇ ਅੰਤਰ ਮਲ ਲਾਏ। ਮਨੁੱਖ ਹੋਰਨਾਂ ਤੇ ਇਲਜ਼ਾਮ ਲਾਉਂਦਾ ਹੈ ਅਤੇ ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਉਹ ਬਾਹਰ-ਵਾਰ ਦੀ ਗੰਦਗੀ ਧੋ ਸੁੱਟਦਾ ਹੈ, ਪਰ ਉਸਦੇ ਦਿਲ ਦੀ ਅਪਵਿੱਤਰਤਾ ਨਹੀਂ ਜਾਂਦੀ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਮਨੁੱਖ ਹੋਰਨਾਂ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਉੱਤੇ ਵਿਕਾਰਾਂ ਦਾ ਬਹੁਤ ਭਾਰ ਚੁੱਕੀ ਜਾਂਦਾ ਹੈ। ਉਹ ਮਨਮੁਖ ਮਜ਼ਦੂਰ ਵਾਂਗ ਸਮਝੋ, ਜੋ ਭਾੜਾ ਲੈਣ ਤੋਂ ਬਿਨਾਂ ਹੀ ਦੂਜਿਆਂ ਦਾ ਭਾਰ ਚੁੱਕ ਚੁੱਕ ਕੇ ਅਪੜਾਉਂਦਾ ਰਹਿੰਦਾ ਹੈ। ਸੰਤ ਜਨਾ ਕੀ ਨਿੰਦਾ ਵਿਆਪੈ, ਨਾ ਉਰਵਾਰ ਨਾ ਪਾਰੀ। ਜਿਹੜੇ ਮਨੁੱਖ ਸੰਤ ਜਨਾਂ ਦੀ ਨਿੰਦਿਆ ਕਰਨ ਵਿੱਚ ਰਚੇ ਰਹਿੰਦੇ ਹਨ, ਉਹ ਨਾ ਉਰਲੇ ਪਾਸੇ ਆ ਸਕਦੇ ਹਨ, ਨਾ ਪਰਲੇ ਪਾਸੇ ਲੰਘ ਸਕਦੇ ਹਨ। ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੌਨ ਮੈਂ ਕਿਰਤ ਪਿਆ। ਮਨੁੱਖ ਹੋਰਨਾਂ ਦੀ ਨਿੰਦਾ ਕਰ ਕਰਕੇ ਬਹੁਤ ਖੁਆਰ ਹੁੰਦਾ ਹੈ ਤੇ ਆਪਣੇ ਪੂਰਵਲੇ ਕਰਮਾਂ ਦੇ ਸਬਬ ਕਰਕੇ ਪੇਟ ਦੀਆਂ ਜੂਨੀਆਂ ਵਿੱਚ ਪਾਇਆ ਜਾਂਦਾ ਹੈ। ਪੁਰਬ ਕਮਾਣੇ ਛੋਡੇ ਨਾਹੀ, ਜਮਦੂਤ ਗਰਾਸਿਓ ਮਹਾ ਭਇਆ। ਉਸ ਮਨੁੱਖ ਦਾ ਪਿਛਲੇ ਕਰਮ ਖਹਿੜਾ ਨਹੀਂ ਛੱਡਣਗੇ ਤੇ ਪਰਮ ਭਿਆਨਕ ਜਮਦੂਤ ਉਸ ਨੂੰ ਕਾਬੂ ਕਰੀ ਰੱਖਦੇ ਹਨ। ਸੋ ਸਾਧ ਸੰਗਤ ਜੀ, ਇਹ ਸੀ ਦੂਜੇ ਦੀ ਨਿੰਦਿਆ ਕਰਨ ਦੇ ਭਾਰੀ ਨੁਕਸਾਨ ਜੋ ਕਿ ਇੱਕ ਮਨੁੱਖ ਨੂੰ ਹੋ ਸਕਦੇ ਹਨ। ਸੋ ਇਸ ਲਈ ਨਿੰਦਿਆ ਕਰਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਹੈ, ਤਾਂ ਕਿ ਸਾਡਾ ਜਨਮ ਮਰਨ ਕੱਟਿਆ ਜਾਵੇ ਅਤੇ ਇਹ ਮਨੁੱਖਾ ਜੀਵਨ ਜੋ ਬੜੀ ਮੁਸ਼ਕਲ ਨਾਲ 84 ਲੱਖ ਜੂਨੀਆਂ ਤੋਂ ਬਾਅਦ ਪ੍ਰਾਪਤ ਹੁੰਦਾ ਹੈ, ਇਸ ਨੂੰ ਅਸੀਂ ਸਫਲਾ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।